1947 ਵਿੱਚ ਵਿਦੇਸ਼ੀ ਗੁਲਾਮੀ ਤੋਂ ਮਿਲੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਭਾਰਤੀ ਬੁਰਜੂਆ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਜਾਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਨਕਲਾਬ ਜਿੰਦਾਬਾਦ ਅਤੇ ਸਮਾਜਵਾਦ ਦਾ ਨਾਅਰਾ ਦਿੰਦੀਆਂ ਆ ਰਹੀਆਂ ਹਨ। ਜੇਕਰ ਇਨਕਲਾਬ ਜਣੇ ਖਣੇ ਲਈ ਜਿੰਦਾਬਾਦ ਹੈ, ਕਿਸੇ ਲਈ ਮੁਰਦਾਬਾਦ ਹੀ ਨਹੀਂ, ਤਦ ਸਵਾਲ ਉੱਠਦਾ ਹੈ ਕਿ ਇਹ ਨਾਅਰਾ ਪੈਦਾ ਕਿੱਥੋਂ ਹੋਇਆ? ਕਿ ਇਹ ਵੀ ਕਿਸੇ ਕੁਆਰੀ ਮਰੀਅਮ ਦਾ ਪੁੱਤਰ ਹੈ? ਨਹੀਂ, ਇਨਕਲਾਬ ਤੁਹਾਡਾ ਕੋਈ ਕਾਲਪਨਿਕ ਰੱਬ ਨਹੀਂ ਹੈ ਸ਼ਰਧਾਲੂਓ, ਜਿਸ ਨੂੰ ਤੁਸੀਂ ਆਪੋ ਆਪਣੀ ਸੁਵਿਧਾ ਅਨੁਸਾਰ ਵਰਤ ਸਕੋ। ਇਹ ਗੁਰੂਤਾ ਖਿੱਚ ਦਾ ਅਟਲ ਨਿਯਮ ਹੈ, ਜਿਸ ਦੁਆਰਾ ਪਾਣੀ ਕਿਸੇ ਰੁੱਖ ਦੀ ਜੜ੍ਹ ਨੂੰ ਹੀ ਜਾਂਦਾ ਹੈ, ਜਿਸ ਨੇ ਫਲ ਫੁੱਲ ਅਤੇ ਪੱਤੇ ਪੈਦਾ ਕਰਨੇ ਹੁੰਦੇ ਹਨ। ਇੱਥੇ ਰੁੱਖ ਤੋਂ ਮੇਰਾ ਭਾਵ ਸਾਡਾ ਸਮਾਜ ਹੈ ਅਤੇ ਜੜ੍ਹ ਤੋਂ ਭਾਵ ਪੈਦਾਵਾਰ ਵਿੱਚ ਲੱਗੇ ਉਹ ਕਿਰਤੀ ਲੋਕ ਹਨ, ਜਿਨ੍ਹਾਂ ਦੀ ਕਿਰਤ ਅਤੇ ਬੇਚੈਨੀ ਕਾਰਨ ਹੀ ਸਮਾਜ ਲਗਾਤਾਰ ਬਦਲਦਾ ਅਤੇ ਵਿਕਾਸ ਕਰਦਾ ਹੈ। ਮਾਰਚ 2022 ਦੌਰਾਨ ਪੰਜਾਬ ਵਿੱਚ ਭਾਰੀ ਜਸ਼ਨ ਦਾ ਮਾਹੌਲ ਦੇਖਣ ਸੁਣਨ ਨੂੰ ਮਿਲਿਆ ਹੈ। ਡੀਜੇ ਲੱਗੇ ਸਨ, ਢੋਲ ਖੜਕਦੇ ਸਨ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਭੰਗੜੇ ਪਾਉਂਦੇ ਕੂਕਰੌਲਾ ਪਾ ਰਹੇ ਸਨ। ਮੈਂ ਮੰਨਦਾ ਹਾਂ ਕਿ ਤੁਸੀਂ ਮਾਣ ਅਤੇ ਵਧਾਈ ਦੇ ਪਾਤਰ ਹੋ, ਪਰ ਇਸ ਲਈ ਨਹੀਂ ਕਿ ਤੁਸੀਂ ਪੰਜਾਬ ਆਮ ਆਦਮੀ ਪਾਰਟੀ ਦੇ ਹੱਥ ਸੌਂਪ ਦਿੱਤਾ ਹੈ, ਸਗੋਂ ਇਸ ਲਈ ਕਿ ਤੁਸੀਂ ਬੋਰਡ ਦੀ ਤਰ੍ਹਾਂ ਆਪਣੀਆਂ ਮਜ਼ਬੂਤ ਜੜ੍ਹਾਂ ਫੈਲਾਈ ਬੈਠੀਆਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੀ ਜ਼ਮੀਨ ਤੋਂ ਕੱਖਾਂ ਦੀ ਮੁੱਠ ਵਾਂਗ ਉਖਾੜ ਸੁੱਟਿਆ। ਤੁਸੀਂ ਮਾਣ ਦੇ ਪਾਤਰ ਹੋ, ਇਸ ਲਈ ਨਹੀਂ ਕਿ ਤੁਸੀਂ ਸਮਾਜ ਬਦਲ ਦਿੱਤਾ ਹੈ, ਇਸ ਲਈ ਨਹੀਂ ਕਿ ਤੁਸੀਂ ਇਨਕਲਾਬ ਕਰ ਦਿੱਤਾ ਹੈ, ਸਗੋਂ ਕੇਵਲ ਇਸ ਲਈ ਕਿ ਤੁਸੀਂ ਇਨਕਲਾਬ ਚਾਹੁੰਦੇ ਹੋ, ਤੁਸੀਂ ਬਦਲਾਵ ਚਾਹੁੰਦੇ ਹੋ। ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੂੰ ਤੁਸੀਂ ਬੇਦਾਗ, ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਇਨਸਾਨ ਸਮਝਦੇ ਹੋ ਅਤੇ ਭਗਵੰਤ ਮਾਨ ਦੀ ਮਾਰਚ 2022 ਤੱਕ ਦੀ ਸੋਚ ਸਰਗਰਮੀ ਨੂੰ ਦੇਖਦੇ ਹੋਏ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ। ਪਰ ਯਾਦ ਰੱਖੋ ਕਿ ਰਾਜ ਦੀ ਲੋੜ ਕੇਵਲ ਕਿਸੇ ਜਮਾਤੀ ਸਮਾਜ ਵਿੱਚ ਇੱਕ ਜਮਾਤ ਦੁਆਰਾ ਦੂਜੀ ਜਮਾਤ ਨੂੰ ਆਪਣੇ ਅਧੀਨ ਬੇਵਸ ਕਰਕੇ ਰੱਖਣ ਲਈ ਹੀ ਹੁੰਦੀ ਹੈ। ਰਾਜ ਦੀ ਲੋੜ ਮੁੱਠੀ ਭਰ ਪਰਜੀਵੀ ਲੁਟੇਰੇ ਲੋਕਾਂ ਨੂੰ ਹੀ ਪੈਂਦੀ ਸੀ ਅਤੇ ਪੈਂਦੀ ਹੈ। ਕਿਉਂ? ਭਲਾ ਕਿਉਂ? ਇਸ ਦੇ ਦੋ ਕਾਰਨ ਸਨ ਅਤੇ ਹਨ। ਪਹਿਲਾ, ਆਪਣੇ ਵਰਗੇ ਹੋਰ ਲੁਟੇਰਿਆਂ ਤੋਂ ਆਪਣੀ ਲੁੱਟ ਦੀ ਸੁਰੱਖਿਆ ਕਰਨ ਲਈ। ਦੂਜਾ ਕਾਰਨ, ਆਪਣੀ ਅਤੇ ਆਪਣੀ ਲੁੱਟ ਦੀ ਉਹਨਾਂ ਲੋਕਾਂ ਤੋਂ ਸੁਰੱਖਿਆ ਕਰਨ ਲਈ ਜਿਨ੍ਹਾਂ ਨੂੰ ਉਹਨਾਂ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੁੱਟਿਆ ਹੁੰਦਾ ਹੈ। ਜ਼ਗੀਰਦਾਰੀ ਯੁੱਗ ਵਿੱਚ ਰਾਜੇ ਕਈ ਪਿੰਡਾਂ ਦੀ ਜ਼ਮੀਨ ਦੇ ਮਾਲਕ ਹੁੰਦੇ ਸਨ, ਪਰ ਇਹਨਾਂ ਵਿੱਚੋਂ ਜਿਹੜਾ ਰਾਜਾ ਸਭ ਤੋਂ ਵੱਧ ਜ਼ਮੀਨ ਦਾ ਮਾਲਕ ਹੁੰਦਾ ਸੀ, ਉਸ ਨੂੰ ਰਾਜਿਆਂ ਤੋਂ ਵੀ ਉੱਚਾ ਦਰਜਾ ਮਿਲਦਾ ਸੀ ਅਤੇ ਉਸ ਨੂੰ ਮਹਾਰਾਜਾ ਆਖਿਆ ਜਾਂਦਾ ਸੀ। ਹੁਣ ਰਾਜ ਕਰਨ ਵਾਲੇ ਰਾਜੇ ਮਹਾਰਾਜਿਆਂ ਦੀ ਸਮਾਜ ਵਿੱਚ ਕੀ ਲੋੜ ਸੀ ਜਾਂ ਉਹਨਾਂ ਦੀ ਕੀ ਭੂਮਿਕਾ ਸੀ ਸਮਾਜ ਵਿੱਚ, ਇਹ ਤੁਸੀਂ ਸਮਝ ਸਕਦੇ ਹੋ, ਕਿਉਂਕਿ ਰਾਜ ਬਾਰੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ। ਅਜੋਕੇ ਪੂੰਜੀਵਾਦੀ ਅਤੇ ਸਾਮਰਾਜਵਾਦੀ ਦੌਰ ਵਿੱਚ ਆਪਣਾ ਰਾਜ ਕਾਇਮ ਰੱਖਣ ਲਈ ਸਰਮਾਏਦਾਰ ਜਮਾਤ ਜੂਝ ਰਹੀ ਹੈ। ਇਤਿਹਾਸ ਵਿੱਚ ਜਾਂ ਮੌਜੂਦਾ ਸਮੇਂ ਵਿੱਚ ਕਿਸੇ ਵੀ ਦੇਸ਼ ਵਿੱਚ ਰਹੀ ਤਾਨਾਸ਼ਾਹੀ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਭਾਰਤੀ ਬੁਰਜੂਆ ਜਮਾਤ ਦੁਆਰਾ ਇਸ ਭਟਕਾਊ ਸਿੱਖਿਆ ਨੂੰ ਵਧਾਇਆ ਫੈਲਾਇਆ ਜਾ ਰਿਹਾ ਹੈ ਕਿ ਭਾਰਤੀ ਲੋਕਾਂ ਨੂੰ ਹਰ 5 ਸਾਲ ਬਾਅਦ ਆਪਣੀ ਮਰਜ਼ੀ ਦੀ ਸਰਕਾਰ ਚੁਣਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਝੂਠ ਪਿੱਛੇ ਛੁਪਿਆ ਸੱਚ ਇਹ ਹੈ ਕਿ ਇਸ ਨਵੀਂ ਆਮ ਆਦਮੀ ਪਾਰਟੀ ਸਮੇਤ ਭਾਰਤ ਵਿੱਚ ਹੁਣ ਤੱਕ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਮਾਏਦਾਰ ਜਮਾਤ ਦੀਆਂ ਹਨ। ਲੋਕ ਇੱਕ ਪਾਰਟੀ ਤੋਂ ਤੰਗ ਪਰੇਸ਼ਾਨ ਮਹਿਸੂਸ ਕਰਨ ਤਦ ਉਹ ਦੂਜੀ ਜਾਂ ਕਿਸੇ ਨਵੀਂ ਪਾਰਟੀ ਨੂੰ ਚੁਣ ਲੈਂਦੇ ਹਨ। ਦੂਜੇ ਸ਼ਬਦਾਂ ਵਿੱਚ ਇਹ ਕਿ ਲੋਕਾਂ ਨੂੰ ਖੂਹ ਦੇ ਡੱਡੂ ਬਣਾਇਆ ਹੋਇਆ ਹੈ। ਲੋਕ ਹਰ ਤਰ੍ਹਾਂ ਦੀ ਭੱਜ ਦੌੜ ਕਰਕੇ ਉੱਥੇ ਹੀ ਮੁੜ ਜਾ ਖੜ੍ਹਦੇ ਹਨ ਜਿੱਥੋਂ ਤੰਗ ਪਰੇਸ਼ਾਨ ਹੋ ਕੇ ਉਹ ਪਹਿਲਾਂ ਚੱਲੇ ਹੁੰਦੇ ਹਨ। ਇਸ ਭਰਮਜਾਲ ਦਾ ਉਦੇਸ਼ ਕੇਵਲ ਇਹ ਹੈ ਕਿ ਲੋਕ ਕਦੇ ਇਨਕਲਾਬ ਕਰਨਾ ਦੂਰ ਇਸ ਬਾਰੇ ਸੋਚ ਵੀ ਨਾ ਸਕਣ। ਧਨਾੜ ਜਮਾਤ ਦੇ ਸਾਥੀ ਮੇਰੇ ਵਿਚਾਰ ਜਾਣ ਕੇ ਹੈਰਾਨ ਪਰੇਸ਼ਾਨ ਹੋ ਸਕਦੇ ਹਨ ਕਿ ਨਹੀਂ ਯਾਰ, ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ,
ਅਸੀਂ ਤਾਂ ਗਰੀਬ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ ਸਭ ਲੋਕ ਸੁਖੀ ਵਸਣ ਅਤੇ ਕਿਸੇ ਦੇ ਘਰ ਬੇਰੁਜ਼ਗਾਰੀ, ਗਰੀਬੀ ਅਤੇ ਬਿਮਾਰੀ ਨਾ ਹੋਵੇ। ਅਸੀਂ ਤਾਂ ਚਾਹੁੰਦੇ ਹਾਂ ਕਿ ਗਰੀਬਾਂ ਦੇ ਬੱਚੇ ਵੀ ਚੰਗਾ ਪੜ੍ਹ ਲਿਖ ਸਕਣ ਅਤੇ ਚੰਗੀਆਂ ਨੌਕਰੀਆਂ ਹਾਸਲ ਕਰਨ। ਪਰ ਸਮਝਣ ਦੀ ਕੋਸ਼ਿਸ਼ ਕਰੋ ਕਿ ਮੁਨਾਫਾ ਆਧਾਰਿਤ ਸਮਾਜ ਵਿੱਚ ਦੂਜਿਆਂ ਦੀ ਕਿਰਤ ਉੱਤੇ ਜੀਣ ਵਾਲੇ ਲੋਕ ਜਾਣਬੁੱਝ ਕੇ ਜਾਂ ਆਪਸ ਵਿੱਚ ਕੋਈ ਬੈਠਕ ਬੁਲਾ ਕੇ ਬੇਈਮਾਨ ਨਹੀਂ ਬਣਦੇ। ਉਹ ਇੱਕ ਦੂਜੇ ਨੂੰ ਕਦੇ ਇਹ ਨਹੀਂ ਆਖਦੇ ਕਿ ਆਓ ਆਪਾਂ ਬੇਈਮਾਨ ਬਣੀਏ। ਕਿਰਤੀ ਲੋਕਾਂ ਨੂੰ ਲੁੱਟੀਏ ਅਤੇ ਉਹਨਾਂ ਦੀ ਰੋਜੀ ਰੋਟੀ ਅਤੇ ਮਾਨ ਸਨਮਾਨ ਕਮਾਉਣ ਦੇ ਸਾਰੇ ਹੀ ਸਾਧਨ ਉਹਨਾਂ ਤੋਂ ਖੋਹ ਕੇ ਉਹਨਾਂ ਲਈ ਕੇਵਲ ਖੁਦਕੁਸ਼ੀ ਕਰਨ ਦਾ ਹੀ ਰਾਹ ਛੱਡੀਏ। ਤੁਹਾਡੀ ਸੋਚ ਚੰਗੀ ਹੋ ਸਕਦੀ ਹੈ, ਪਰ ਤੁਸੀਂ ਕਰੋਗੇ ਕੇਵਲ ਉਹ ਹੀ ਜੋ ਕਰਨ ਲਈ ਸਮਾਜ ਦੀਆਂ ਪਦਾਰਥਕ ਹਾਲਤਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ। ਕਿਉਂਕਿ ਸੋਚ ਪਹਿਲਾਂ ਨਹੀਂ, ਸਗੋਂ ਮਨੁੱਖ ਲਈ ਉਸ ਦੀ ਸੋਚ ਤੋਂ ਪਹਿਲਾਂ ਸਮਾਜ ਦੀਆਂ ਪਦਾਰਥਕ ਹਾਲਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖੀ ਸੋਚ ਸਰਗਰਮੀ ਪੈਦਾ ਹੁੰਦੀ ਹੈ। ਤੁਸੀਂ ਜੇਕਰ ਕਿਸੇ ਵੱਡੇ ਕਾਰਖਾਨੇ ਦੇ ਮਾਲਕ ਹੋ, ਆਪਣੇ ਅਧੀਨ ਕੰਮ ਕਰਦੇ ਮਜ਼ਦੂਰਾਂ ਦਾ ਭਲਾ ਸੋਚੋਗੇ ਤਦ ਬਰਬਾਦ ਹੋ ਜਾਓਗੇ। ਤੁਸੀਂ ਆਪਣਾ ਧਨ ਬਚਾਉਣ ਅਤੇ ਵਧਾਉਣ ਲਈ ਘਟੀਆ ਕੱਚਾ ਮਾਲ ਅਤੇ ਸਸਤੀਆਂ ਮਸ਼ੀਨਾਂ ਖਰੀਦ ਕੇ ਮੰਡੀ ਵਿੱਚ ਮੁਨਾਫਾ ਨਹੀਂ ਕਮਾ ਸਕਦੇ, ਕਿਉਂਕਿ ਮੰਡੀ ਵਿੱਚ ਤੁਹਾਡਾ ਆਪਣੇ ਸ਼ਰੀਕਾਂ ਨਾਲ ਮੁਕਾਬਲਾ ਚੱਲ ਰਿਹਾ ਹੈ। ਲੋਕ ਤੁਹਾਡਾ ਮਾਲ ਨਹੀਂ ਖਰੀਦਣਗੇ ਜੇਕਰ ਤੁਹਾਡੇ ਸ਼ਰੀਕਾਂ ਦੇ ਮਾਲ ਨਾਲੋਂ ਇਹ ਬਿਹਤਰ ਨਾ ਹੋਇਆ। ਸੋ ਤੁਹਾਡੇ ਕੋਲ ਮੁਨਾਫੇ ਦਾ ਕੇਵਲ ਇੱਕ ਹੀ ਸਰੋਤ ਬਚਦਾ ਹੈ, ਉਹ ਹੈ ਮਜ਼ਦੂਰ ਨੂੰ ਘੱਟੋ ਘੱਟ ਉਜਰਤ ਦੇਣੀ, ਘੱਟੋ ਘੱਟ ਤਨਖਾਹ ਦੇਣੀ। ਜਾਣ ਲਵੋ ਕਿ ਪੂੰਜੀਪਤੀ ਲਈ ਮੁਨਾਫੇ ਦਾ ਸਰੋਤ ਕੇਵਲ ਅਤੇ ਕੇਵਲ ਉਤਪਾਦਕ ਮਜ਼ਦੂਰ ਹੀ ਹੁੰਦਾ ਹੈ। ਤੁਸੀਂ ਮਜਬੂਰ ਹੁੰਦੇ ਹੋ ਇਹ ਨੀਤੀ ਅਪਣਾਉਣ ਲਈ ਕਿ ਜਿਹੜਾ ਮਜ਼ਦੂਰ ਤੁਹਾਨੂੰ 2000 ਦਾ ਕੰਮ ਕਰਕੇ ਦੇਵੇਗਾ, ਤੁਸੀਂ ਤਦ ਹੀ ਉਸ ਨੂੰ 500 ਦੇ ਸਕੋਗੇ, ਕਿਉਂਕਿ ਮੰਡੀ ਵਿੱਚ ਤੁਹਾਡੇ ਸ਼ਰੀਕ ਤੁਹਾਨੂੰ ਉਜਾੜਨ ਲਈ ਆਪਣਾ ਚੰਗੀ ਤੋਂ ਚੰਗੀ ਕਿਸਮ ਦਾ ਮਾਲ ਸਸਤੇ ਤੋਂ ਸਸਤਾ ਵੇਚਦੇ ਰਹਿੰਦੇ ਹਨ। ਆਪਣੀ ਇਮਾਰਤ, ਕੱਚਾ ਮਾਲ ਅਤੇ ਮਸ਼ੀਨਾਂ ਉੱਤੇ ਧਨ ਖਰਚ ਕਰਨ ਦੇ ਬਦਲੇ ਜੇਕਰ ਤੁਸੀਂ ਆਪਣੇ ਆਪ ਨੂੰ ਮੁਨਾਫਾ ਕਮਾਉਣ ਦੇ ਹੱਕਦਾਰ ਸਮਝਦੇ ਹੋ ਤਦ ਦੋ ਸਵਾਲਾਂ ਦੇ ਜਵਾਬ ਦਿਓ। ਪਹਿਲਾ ਇਹ ਕਿ ਤੁਹਾਡੇ ਕੋਲ ਖਰਚ ਕਰਨ ਲਈ ਧਨ ਕਿੱਥੋਂ ਆਉਂਦਾ ਹੈ। ਦੂਜਾ ਸਵਾਲ ਇਹ ਹੈ ਕਿ ਆਪਣਾ ਕਾਰੋਬਾਰ ਚਲਾਉਣ ਲਈ ਤੁਸੀਂ ਆਪਣੇ ਵਰਗੇ ਹੀ ਕਿਸੇ ਦੂਜੇ ਧਨਾੜ ਆਦਮੀ ਦੁਆਰਾ ਜੋ ਇਮਾਰਤ, ਕੱਚਾ ਮਾਲ ਜਾਂ ਮਸ਼ੀਨਾਂ ਆਦਿ ਖਰੀਦਦੇ ਹੋ, ਇਸ ਸਭ ਨੂੰ ਤਿਆਰ ਕਰਨ ਵਾਲਾ ਕੌਣ ਹੁੰਦਾ ਹੈ? ਕੇਵਲ ਮਜ਼ਦੂਰ, ਕੇਵਲ ਅਣਹੱਥੀ ਮਿਹਨਤਕਸ਼ ਲੁਕਾਈ। ਹੁਣ ਇਹ ਕਿ ਝੂਠ ਨਾ ਬੋਲੋ, ਠੱਗੀ ਚੋਰੀ ਅਤੇ ਬੇਈਮਾਨੀ ਨਾ ਕਰੋ ਵਗੈਰਾ ਵਗੈਰਾ ਅਜਿਹੇ ਧਾਰਮਿਕ ਪ੍ਰਵਚਨਾਂ ਉੱਤੇ ਲੋਕ ਕਦੇ ਅਮਲ ਨਹੀਂ ਕਰ ਸਕਦੇ ਜੇਕਰ ਸਮਾਜ ਦੀਆਂ ਪਦਾਰਥਕ ਹਾਲਤਾਂ ਲੋਕਾਂ ਨੂੰ ਚੋਰੀ, ਲੁੱਟ ਖੋਹ ਕਰਨ ਜਾਂ ਝੂਠ ਬੋਲਣ ਲਈ ਮਜਬੂਰ ਕਰਦੀਆਂ ਹੋਣ। ਜਦ ਤੱਕ ਧਰਮਾਂ, ਜਾਤਾਂ ਅਤੇ ਖੇਤਰੀ ਆਦਿ ਵਖਰੇਵਿਆਂ ਤੋਂ ਉੱਪਰ ਉੱਠ ਕੇ ਲੋਕ ਮੁੱਠੀ ਭਰ ਪੂੰਜੀਪਤੀਆਂ ਉੱਤੇ ਆਪਣਾ ਰਾਜ ਕਾਇਮ ਨਹੀਂ ਕਰਦੇ, ਤਦ ਤੱਕ ਕਿਰਾਇਆ, ਵਿਆਜ ਅਤੇ ਮੁਨਾਫਾ ਵਸੂਲ ਕੀਤੇ ਬਿਨਾਂ ਅਸੀਂ ਲੋਕ ਵੀ ਆਪਣੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਜਿਹੜੇ ਸਮਾਜਵਾਦ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਹਾਂ। ਅਜਿਹਾ ਇਸ ਲਈ ਕਿਉਂਕਿ ਇਹ ਕਿਰਾਇਆ, ਵਿਆਜ ਅਤੇ ਮੁਨਾਫਾ ਵਸੂਲਣ ਦਾ ਰੁਝਾਨ ਸਰਮਾਏਦਾਰ ਜਮਾਤ ਦੇ ਫਲਸਫੇ ਵਿੱਚ ਹੀ ਆਉਂਦਾ ਹੈ। ਕਿਰਤੀ ਲੋਕਾਂ ਦਾ ਫਲਸਫਾ ਇਸ ਤੋਂ ਬਿਲਕੁਲ ਹੀ ਵੱਖਰਾ ਹੈ, ਜਿਸ ਤੋਂ ਬਹੁ ਗਿਣਤੀ ਲੋਕ ਅਣਜਾਣ ਹਨ। ਅਸੀਂ ਆਮ ਲੋਕ ਵੀ ਸਰਮਾਏਦਾਰ ਜਮਾਤ ਦਾ ਫਲਸਫਾ ਆਪਣੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਲਈ ਕੇਵਲ ਇਸ ਲਈ ਮਜਬੂਰ ਹਾਂ ਕਿਉਂਕਿ ਇਹ ਸਾਡੀ ਮਾਲਕ ਜਮਾਤ ਦਾ ਫਲਸਫਾ ਹੈ ਜੋ ਸਮਾਜ ਦੇ ਪੈਦਾਵਾਰੀ ਸੋਮੇ ਅਤੇ ਸਾਧਨਾਂ ਦੀ ਮਾਲਕ ਬਣ ਬੈਠੀ ਹੈ। ਤੁਸੀਂ ਭਗਵੰਤ ਮਾਨ ਤੋਂ ਚੰਗੀਆਂ ਉਮੀਦਾਂ ਰੱਖਦੇ ਹੋ, ਪਰ ਕੀ ਤੁਸੀਂ ਭਗਤ ਸਿੰਘ ਦਾ ਇਹ ਵਿਚਾਰ ਕਦੇ ਨਹੀਂ ਪੜ੍ਹਿਆ ਸੁਣਿਆ ਕਿ ਭਲਾ ਚਾਹੁਣ ਵਾਲੇ ਕਿੰਨੇ ਵੀ ਸੱਚੇ ਸੁੱਚੇ ਹੋਣ, ਉਹ ਸਮਾਜ ਦਾ ਕੁਝ ਵੀ ਸਵਾਰ ਨਹੀਂ ਸਕਦੇ। ਸਮਾਜਿਕ ਤਬਦੀਲੀ ਤਾਂ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਤਾਕਤ ਹੀ ਲਿਆ ਸਕਦੀ ਹੈ। ਭਗਤ ਸਿੰਘ ਦੇ ਨਾਂ 'ਤੇ ਜਾਂ ਉਸ ਦੀ ਪੱਗ ਵਰਗੀ ਪੱਗ ਬੰਨ੍ਹ ਕੇ ਰਾਜਸੀ ਕੁਰਸੀ ਹਥਿਆਉਣ ਲਈ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਕੀ ਤੁਸੀਂ ਕਦੇ ਭਗਤ ਸਿੰਘ ਨੂੰ ਪੜ੍ਹਿਆ ਅਤੇ ਸਮਝਿਆ ਹੈ? ਨਹੀਂ, ਬਹੁ ਗਿਣਤੀ ਲੋਕਾਂ ਨੇ ਨਹੀਂ। ਇਸ ਲਈ ਉਹਨਾਂ ਅਨੁਸਾਰ ਭਗਤ ਸਿੰਘ ਦੀ ਪਛਾਣ ਪਿਸਤੌਲ ਹੈ, ਪੱਗ ਹੈ, ਜਾਂ ਕੇਵਲ ਇਹ ਹੈ ਕਿ ਭਗਤ ਸਿੰਘ ਨੇ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ
ਅਤੇ ਆਪਣੀ ਸ਼ਹਾਦਤ ਦਿੱਤੀ। ਭਗਤ ਸਿੰਘ ਬਾਰੇ ਅਜਿਹੀ ਜਾਣਕਾਰੀ ਰੱਖਣ ਵਾਲੇ ਨੌਜਵਾਨ ਜਾਂ ਆਮ ਲੋਕ ਹਕੀਕਤ ਤੋਂ ਭਟਕੇ ਹੋਏ ਜਾਂ ਭਟਕਾਏ ਹੋਏ ਹਨ। ਭਗਤ ਸਿੰਘ ਦਾ ਸੰਘਰਸ਼ ਕੇਵਲ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਤੱਕ ਹੀ ਸੀਮਿਤ ਨਹੀਂ ਸੀ, ਸਗੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨ ਲਈ ਸੀ। ਭਗਤ ਸਿੰਘ ਨੇ ਆਖਿਆ ਸੀ ਕਿ ਜੇਕਰ ਗਾਂਧੀ ਦੀ ਵਿਚਾਰਧਾਰਾ ਅਨੁਸਾਰ ਭਾਰਤ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦੀ ਮਿਲਦੀ ਹੈ, ਤਦ ਗੋਰਿਆਂ ਦੀ ਥਾਂ ਕਾਲਿਆਂ ਨੇ ਦੇਸ਼ ਦੀ ਮਿਹਨਤਕਸ਼ ਜਨਤਾ ਦਾ ਖੂਨ ਚੂਸਦੇ ਰਹਿਣਾ ਹੈ। ਕਿਰਤੀ ਲੋਕਾਂ ਦੇ ਹੱਕਾਂ ਦੀ ਲੁੱਟ ਉਸ ਤਰ੍ਹਾਂ ਹੀ ਕਾਇਮ ਰਹਿਣੀ ਹੈ। ਕਹਿਣ ਤੋਂ ਭਾਵ ਕਿ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜਿੰਦਾਬਾਦ, ਸਮਾਜਵਾਦ ਜਿੰਦਾਬਾਦ ਦਾ ਨਾਅਰਾ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੇ ਸੰਘਰਸ਼ ਦਾ ਉਦੇਸ਼ ਮੁਨਾਫਾ ਆਧਾਰਿਤ ਸਮਾਜ ਦਾ ਖਾਤਮਾ ਕਰਕੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਹੀ ਸੀ। ਪ੍ਰਾਚੀਨ ਦੌਰ ਵਿੱਚ ਮਨੁੱਖ ਕੁਦਰਤ ਦਾ ਗੁਲਾਮ ਸੀ, ਫਿਰ ਮਨੁੱਖ ਦਾ ਗੁਲਾਮ ਹੋ ਗਿਆ। ਇਸ ਪਿੱਛੋਂ ਜਾਗੀਰਦਾਰੀ ਯੁੱਗ ਵਿੱਚ ਮਨੁੱਖ ਭੂ ਗੁਲਾਮ ਹੋ ਗਿਆ, ਭਾਵ ਜ਼ਮੀਨ ਦਾ ਗੁਲਾਮ ਹੋ ਗਿਆ। ਫਿਰ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਕਿਰਤੀ ਮਨੁੱਖ ਬਸਤੀਵਾਦੀ ਗੁਲਾਮ ਬਣਿਆ ਅਤੇ ਅਜੋਕੇ ਦੌਰ ਵਿੱਚ ਮਨੁੱਖ ਉਜਰਤੀ ਗੁਲਾਮ ਬਣ ਕੇ ਰਹਿ ਗਿਆ ਹੈ। ਇਹ ਸਮੇਂ-ਸਮੇਂ ਵੱਖੋ ਵੱਖਰੀ ਕਿਸਮ ਦੀ ਗੁਲਾਮੀ ਭੁਗਤਣ ਵਾਲੇ ਕੇਵਲ ਕਿਰਤੀ ਲੋਕ ਹੀ ਸਨ। ਭਗਤ ਸਿੰਘ ਦੀ ਸੋਚ ਸਰਗਰਮੀ ਅਜਿਹੇ ਸਮਾਜ ਦੀ ਉਸਾਰੀ ਨੂੰ ਹੀ ਸਮਰਪਿਤ ਸੀ ਜਿਸ ਵਿੱਚ ਕਿਰਤੀ ਲੋਕ ਗੁਲਾਮ ਨਾ ਹੋਣ, ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਬੇਇਨਸਾਫੀ ਨਾ ਹੋਵੇ। ਪਰ ਜਦ ਤੱਕ ਵਿਅਕਤੀਗਤ ਗਰੀਬੀ ਦੀ ਥਾਂ ਮੁਕਾਬਲਤਨ ਗਰੀਬੀ ਮਿਟਾਉਣ ਦਾ ਸੰਘਰਸ਼ ਨਹੀਂ ਸ਼ੁਰੂ ਹੋਵੇਗਾ, ਜਦ ਤੱਕ ਪੈਦਾਵਾਰੀ ਸਾਧਨ ਅਤੇ ਸੋਮਿਆਂ ਉੱਤੇ ਨਿੱਜੀ ਮਾਲਕੀ ਕਾਇਮ ਰਹੇਗੀ, ਜਦ ਤੱਕ ਮੁਨਾਫਾ ਆਧਾਰਿਤ ਸਮਾਜ ਹੈ, ਲੁੱਟ ਬੇਇਨਸਾਫੀ ਕਾਇਮ ਰਹੇਗੀ, ਫਲ ਸਬਜ਼ੀਆਂ ਪਾਣੀ ਅਤੇ ਹਵਾਵਾਂ ਸਭ ਕੁਝ ਜ਼ਹਿਰੀਲਾ ਰਹੇਗਾ, ਚੋਰੀਆਂ ਅਤੇ ਲੁੱਟਾਂ ਖੋਹਾਂ ਜਾਰੀ ਰਹਿਣਗੀਆਂ, ਸਕੂਲ ਹਸਪਤਾਲ ਆਦਿ ਮੁੱਠੀ ਭਰ ਲੋਕਾਂ ਦੇ ਨਿੱਜੀ ਸਵਾਰਥ ਪੂਰਤੀ ਦੇ ਸਰੋਤ ਬਣੇ ਰਹਿਣਗੇ। ਲੁੱਟ ਰਹੀ ਇੱਕ ਪਾਸੇ, ਨਾ ਸਕੂਲਾਂ ਵਿੱਚ ਸਿੱਖਿਆ ਲੋਕ ਪੱਖੀ ਹੋਵੇਗੀ ਅਤੇ ਨਾ ਹੀ ਹਸਪਤਾਲਾਂ ਵਿੱਚ ਡਾਕਟਰ ਲੋਕਾਂ ਨੂੰ ਤੰਦਰੁਸਤ ਦੇਖਣਾ ਪਸੰਦ ਕਰਨਗੇ। ਜਦ ਤੱਕ ਦੁਨੀਆ ਦਾ ਹਰ ਮਨੁੱਖ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਨਹੀਂ ਬਣ ਜਾਂਦਾ, ਵਿਹਲੜ ਅਤੇ ਪਰਜੀਵੀ ਸਾਮਰਾਜੀਆਂ ਵਿਚਕਾਰ ਜੰਗਾਂ ਯੁੱਧਾਂ ਦਾ ਸਿਲਸਿਲਾ ਜਾਰੀ ਰਹੇਗਾ। ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਮੁਨਾਫੇ ਉੱਤੇ ਟਿਕਿਆ ਸਮਾਜ ਧਰਤੀ ਤੋਂ ਜੀਵਨ ਦਾ ਵਿਨਾਸ਼ ਕਰ ਸਕਦਾ ਹੈ। ਤੁਹਾਡੀ ਆਮ ਆਦਮੀ ਪਾਰਟੀ ਜਾਂ ਇਸ ਵਰਗੀ ਕੋਈ ਵੀ ਹੋਰ ਬੁਰਜੂਆ ਸਿਆਸੀ ਪਾਰਟੀ ਭਲੀ ਭਾਂਤ ਜਾਣਦੀ ਹੈ ਕਿ ਅਮੀਰਾਂ ਨੂੰ ਮਜ਼ਦੂਰ ਚਾਹੀਦੇ ਹੋਣ ਤਦ ਦੇਸ਼ ਵਿੱਚ ਬੇਰੁਜ਼ਗਾਰੀ ਪੈਦਾ ਕੀਤੀ ਜਾਂਦੀ ਹੈ। ਅਮੀਰਾਂ ਨੂੰ ਜਦੋਂ ਸਸਤੇ ਤੋਂ ਸਸਤੇ ਮਜ਼ਦੂਰ ਚਾਹੀਦੇ ਹੋਣ ਤਦ ਬੇਰੁਜ਼ਗਾਰੀ ਵਿੱਚ ਵਾਧਾ ਕੀਤਾ ਜਾਂਦਾ ਹੈ। ਪਰ ਜਿੱਥੇ ਮੁਫਤ ਦੇ ਮਜ਼ਦੂਰ ਚਾਹੀਦੇ ਹੋਣ ਉੱਥੇ ਲੋਕਾਂ ਨੂੰ ਸ਼ਰਧਾਲੂ ਬਣਾ ਲਿਆ ਜਾਂਦਾ ਹੈ। ਆਪਣੇ ਆਪ ਨੂੰ ਲੋਕ ਪੱਖੀ ਸਿੱਧ ਕਰਨ ਲਈ ਇਸ ਹਕੀਕਤ ਨੂੰ ਝੁਠਲਾਉਣ ਜਾਂ ਫਿਰ ਲੋਕ ਪੱਖੀ ਸਮਾਜ ਸਿਰਜਣ ਲਈ ਇਸ ਹਕੀਕਤ ਨੂੰ ਰੱਦ ਕਰਨ ਦੀ ਲੋੜ ਤੁਹਾਡੀ ਆਮ ਆਦਮੀ ਪਾਰਟੀ ਦੀ ਨਹੀਂ ਹੈ। ਹੋ ਸਕਦਾ ਹੈ ਕਿ ਮੇਰੇ ਸ਼ਬਦਾਂ ਨੂੰ ਹਜ਼ਮ ਕਰਨ ਲਈ ਹਜਮੋਲਾ ਵੀ ਤੁਹਾਡੇ ਕੰਮ ਨਾ ਹੋਵੇ, ਪਰ ਜੇਕਰ ਤੁਸੀਂ ਸੱਚਮੁੱਚ ਹੀ ਬਦਲਾਵ ਚਾਹੁੰਦੇ ਹੋ, ਇਨਕਲਾਬ ਚਾਹੁੰਦੇ ਹੋ, ਤਦ ਕੋਈ ਸਮਾਂ ਆਵੇਗਾ ਜਦ ਤੁਹਾਡੀਆਂ ਖੋਪੜੀਆਂ ਵਿੱਚ ਮੇਰੇ ਵਾਲੀ ਹੀ ਸਮਝ ਹੋਵੇਗੀ। ਫਿਲਹਾਲ ਮੇਰੇ ਅਤੇ ਤੁਹਾਡੇ ਵਿਚਕਾਰ ਕੇਵਲ ਇਹ ਹੀ ਫਰਕ ਹੈ ਕਿ ਜਿਸ ਸਮਾਜਿਕ ਨਿਯਮ ਤੋਂ ਮੈਂ ਅੱਜ ਜਾਣੂ ਹਾਂ, ਤੁਸੀਂ ਠੋਕਰਾਂ ਖਾ ਕੇ ਅਤੇ ਉਮਰਾਂ ਲੰਘਾ ਕੇ ਉਸ ਤੋਂ ਜਾਣੂ ਹੋਵੋਗੇ। ਜਿਸ ਤਰ੍ਹਾਂ ਕੁਦਰਤ ਦੇ ਨਿਯਮਾਂ ਨੂੰ ਸਮਝਣ ਲਈ ਵਿਗਿਆਨ ਦੀ ਲੋੜ ਪੈਂਦੀ ਹੈ, ਉਸ ਤਰ੍ਹਾਂ ਹੀ ਸਮਾਜਿਕ ਨਿਯਮਾਂ ਨੂੰ ਸਮਝਣ ਲਈ ਵਿਗਿਆਨਕ ਨਜ਼ਰੀਆ ਹੋਣਾ ਲਾਜ਼ਮੀ ਹੈ। ਆਖਰ ਫਿਰ ਸ਼ਬਦ ਦੁਹਰਾ ਦਈਏ ਕਿ ਤੁਸੀਂ ਮਾਣ ਦੇ ਪਾਤਰ ਹੋ, ਇਸ ਲਈ ਨਹੀਂ ਕਿ ਤੁਹਾਡੀ ਨਵੀਂ ਚੁਣੀ ਸਰਕਾਰ ਨੇ ਸਮਾਜ ਬਦਲ ਦੇਣਾ ਹੈ, ਸਗੋਂ ਕੇਵਲ ਇਸ ਲਈ ਕਿ ਤੁਸੀਂ ਬਦਲਾਵ ਲਈ, ਇਨਕਲਾਬ ਲਈ ਤਨੋ ਮਨੋ ਜੂਝ ਰਹੇ ਹੋ। ਯਕੀਨ ਰੱਖੋ, ਭਵਿੱਖ ਕੇਵਲ ਤੁਹਾਡਾ ਹੈ, ਕੇਵਲ ਕਿਰਤੀ ਲੋਕਾਂ ਦਾ ਹੈ।